यहोशुआ अध्याय 23। यूं होया जद यहोवा ने ढेर सारे दिनां दे पिछों इसराएल नूं उन्हां दे आले दुआले दे वेरियां तों सुक दिता ਅਤੇ ਯਹੋਸ਼ੁਆ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ, ਸਰਦਾਰਾਂ, ਨਿਆਂਕਾਰਾਂ ਅਤੇ ਹੁੱਦੇਦਾਰਾਂ ਨੂੰ ਸੱਦ ਕੇ ਆਖਿਆ, ਮੈਂ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹਾਂ। ਜੋ ਕੁਝ ਯਹੋਵਾ ਤੁਹਾਡੇ ਪਰਮੇਸ਼ਰ ਨੇ ਇਨ੍ਹਾਂ ਸਾਰੀਆਂ ਕੌਮਾਂ ਨਾਲ ਤੁਹਾਡੇ ਕਾਰਨ ਕੀਤਾ ਤੁਸਾਂ ਵੇਖ ਲਿਆ ਹੈ, ਕਿਉਂ ਜੋ ਯਹੋਵਾ ਤੁਹਾਡੇ ਪਰਮੇਸ਼ਰ ਹੀ ਤੁਹਾਡੇ ਲਈ ਲੜਿਆ ਹੈ। ਵੇਖੋ, ਮੈਂ ਤੁਹਾਡੇ ਲਈ ਇਨ੍ਹਾਂ ਬਾਕੀ ਦੀਆਂ ਕੌਮਾਂ ਨੂੰ ਤੁਹਾਡੀਆਂ ਗੋਤਾਂ ਅਨੁਸਾਰ ਮਿਲਕ ਵਿੱਚ ਵੰਡ ਦਿੱਤਾ ਹੈ, ਅਰਥਾਤ ਯਰਦਨ ਤੋਂ ਵੱਡੇ ਸਮੁੰਦਰ ਤੱਕ ਸੂਰਜ ਦੇ ਲਹਿੰਦੇ ਪਾਸੇ ਵੱਲ ਨੂੰ ਸਾਰੀਆਂ ਕੌਮਾਂ ਸਣੇ ਜਿਹੜੀਆਂ ਮੈਂ ਵੱਢ ਛੱਡੀਆਂ ਸਨ। ਯਹੋਵਾ ਤੁਹਾਡਾ ਪਰਮੇਸ਼ਰ ਹੀ ਉਹਨਾਂ ਨੂੰ ਤੁਹਾਡੇ ਅੱਗੋਂ ਧੱਕ ਦੇਵੇਗਾ ਅਤੇ ਉਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇਗਾ ਤਾਂ ਤੁਸੀਂ ਉਹਨਾਂ ਦੇ ਦੇਸ਼ ਉੱਤੇ ਕਬਜ਼ਾ ਕਰ ਲਵੋਗੇ, ਜਿਵੇਂ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਨਾਲ ਬਚਨ ਕੀਤਾ ਸੀ। ਸੋ ਬਹੁਤ ਤਕੜੇ ਹੋਵੋ ਅਤੇ ਮੂਸਾ ਦੀ ਵਿਵਸਥਾ ਦੀ ਪੋਥੀ ਦੀ ਸਾਰੀ ਲਿਖਤ ਨੂੰ ਪੂਰਾ ਕਰਕੇ ਪਾਲਣਾ ਕਰੋ, ਤਾਂ ਜੋ ਤੁਸੀਂ ਉਸ ਤੋਂ ਸੱਜੇ ਖੱਬੇ ਨਾ ਮੁੜ ਸਕੋ, ਇਸ ਲਈ ਕਿ ਤੁਸੀਂ ਇਨ੍ਹਾਂ ਕੌਮਾਂ ਦੇ ਵਿੱਚ ਨਾ ਵੜੋ ਜਿਹੜੀਆਂ ਤੁਹਾਡੇ ਵਿੱਚ ਬਾਕੀ ਰਹਿ ਗਈਆਂ ਹਨ, ਅਤੇ ਤੁਸੀਂ ਉਹਨਾਂ ਦੇ ਦੇਵਤਿਆਂ ਦਾ ਨਾਮ ਵੀ ਨਾ ਉਚਰੋ, ਨਾ ਉਹਨਾਂ ਦੀ ਸੌ ਖਾਵੋ, ਨਾ ਉਹਨਾਂ ਦੀ ਉਪਾਸਨਾ ਕਰੋ ਅਤੇ ਨਾ ਉਹਨਾਂ ਦੇ ਅੱਗੇ ਮੱਥਾ ਟੇਕੋ, ਸਗੋਂ ਯਹੋਵਾ ਆਪਣੇ ਪਰਮੇਸ਼ਰ ਨਾਲ ਚਿੰਬੜੇ ਰਹੋ, ਜਿਵੇਂ ਅੱਜ ਦੇ ਦਿਨ ਤੱਕ ਤੁਸਾਂ ਕੀਤਾ। ਯਹੋਵਾ ਨੇ ਤੁਹਾਡੇ ਅੱਗੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਕੱਢ ਛੱਡਿਆ ਹੈ, ਪਰ ਤੁਹਾਡੇ ਵਿਖੇ ਇਹ ਹੈ ਕਿ ਅੱਜ ਦੇ ਦਿਨ ਤੱਕ ਤੁਹਾਡੇ ਅੱਗੇ ਕੋਈ ਮਨੁੱਖ ਨਹੀਂ ਖਲੋ ਸਕਿਆ। ਤੁਹਾਡੇ ਵਿੱਚੋਂ ਇੱਕ ਮਨੁੱਖ 1000 ਨੂੰ ਨੱਠਾ ਦੇਵੇਗਾ, ਕਿਉਂ ਜੋ ਯਹੋਵਾ ਤੁਹਾਡੇ ਪਰਮੇਸ਼ਰ ਹੀ ਤੁਹਾਡੇ ਲਈ ਲੜਦਾ ਹੈ, ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਸੀ। ਤੁਸੀਂ ਆਪਣੀਆਂ ਜਾਨਾਂ ਲਈ ਬਹੁਤ ਸੁਚੇਤ ਰਹੋ ਅਤੇ ਯਹੋਵਾ ਆਪਣੇ ਪਰਮੇਸ਼ਰ ਨਾਲ ਪਿਆਰ ਕਰੋ। ਜੇ ਤੁਸੀਂ ਕਿਸੇ ਤਰ੍ਹਾਂ ਫਿਰ ਜਾਵੋ ਅਤੇ ਇਨ੍ਹਾਂ ਕੌਮਾਂ ਦੇ ਬਕੀਏ ਨਾਲ ਜਿਹੜੀਆਂ ਤੁਹਾਡੇ ਵਿੱਚ ਰਹਿ ਗਈਆਂ ਹਨ ਚਿੰਬੜੋ ਅਤੇ ਉਹਨਾਂ ਨਾਲ ਵਿਆਹ ਸ਼ਾਦੀ ਕਰੋ ਅਤੇ ਉਹਨਾਂ ਦੇ ਵਿੱਚ ਵੜੋ ਅਤੇ ਉਹ ਤੁਹਾਡੇ ਵਿੱਚ ਵੜਨ, ਤਾਂ ਤੁਸੀਂ ਜ਼ਰੂਰ ਜਾਣ ਰੱਖੋ ਭਈ ਯਹੋਵਾ ਤੁਹਾਡਾ ਪਰਮੇਸ਼ਰ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗੋਂ ਫਿਰ ਨਹੀਂ ਕੱਢੇਗਾ, ਸਗੋਂ ਉਹ ਤੁਹਾਡੇ ਲਈ ਫਾਕੀ ਅਤੇ ਜਾਲ ਅਤੇ ਤੁਹਾਡੀਆਂ ਬੱਕੀਆਂ ਵਿੱਚ ਖੋਰੜੇ ਅਤੇ ਤੁਹਾਡੀਆਂ ਅੱਖਾਂ ਵਿੱਚ ਕੰਡੇ ਹੋਣਗੇ, ਜਦ ਤੱਕ ਇਸ ਚੰਗੀ ਜ਼ਮੀਨ ਤੋਂ ਜਿਹੜੀ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਤੁਸੀਂ ਨਾਸ ਨਾ ਹੋ ਜਾਵੋ। ਵੇਖੋ, ਮੈਂ ਅੱਜ ਸਾਰੇ ਸੰਸਾਰ ਦੇ ਰਾਹ ਉੱਤੇ ਜਾਣ ਵਾਲਾ ਹਾਂ ਅਤੇ ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਇਹਨਾਂ ਸਾਰੀਆਂ ਚੰਗੀਆਂ ਵਚਨਾਂ ਵਿੱਚ ਇੱਕ ਵਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਡੇ ਵਿਖੇ ਬੋਲਿਆ, ਉਹ ਸਾਰੇ ਤੁਹਾਡੇ ਲਈ ਪੂਰੇ ਹੋਏ। ਉਹਨਾਂ ਵਿੱਚੋਂ ਇੱਕ ਵਚਨ ਵੀ ਨਾ ਰਿਹਾ। ਤਾਂ ਇਉਂ ਹੋਵੇਗਾ ਕਿ ਜਿਵੇਂ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਉੱਤੇ ਆਈਆਂ ਹਨ, ਜਿਹੜੀਆਂ ਯਹੋਵਾ ਤੁਹਾਡੇ ਪਰਮੇਸ਼ਰ ਤੁਹਾਡੇ ਵਿਖੇ ਬੋਲਿਆ ਸੀ, ਉਵੇਂ ਯਹੋਵਾ ਤੁਹਾਡੇ ਉੱਤੇ ਸਾਰੀਆਂ ਬੁਰੀਆਂ ਗੱਲਾਂ ਵੀ ਲਿਆਵੇਗਾ, ਜਦ ਤੱਕ ਕਿ ਉਹ ਇਸ ਚੰਗੀ ਜ਼ਮੀਨ ਉੱਤੇ ਜਿਹੜੀ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ ਤੁਹਾਡਾ ਨਾਸ ਨਾ ਕਰ ਦੇਵੇ। ਜਦ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਨੇਮ ਦੀ ਉਲੰਘਣਾ ਕਰੋਗੇ ਜਿਹਦਾ ਉਸਨੇ ਤੁਹਾਨੂੰ ਹੁਕਮ ਦਿੱਤਾ ਸੀ, ਅਤੇ ਤੁਸੀਂ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋਗੇ, ਤਾਂ ਯਹੋਵਾ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇਗਾ
ਅਤੇ ਤੁਸੀਂ ਛੇਤੀ ਨਾਲ ਇਸ ਚੰਗੀ ਧਰਤੀ ਦੇ ਉੱਤੋਂ ਜਿਹੜੀ ਉਸਨੇ ਤੁਹਾਨੂੰ ਦਿੱਤੀ ਹੈ ਨਾਸ ਹੋ ਜਾਓਗੇ। अय्यूब अध्याय 17। मेरा आत्मा दबा हो गया, मेरे दिन मुक गए, कब्र मेरे लिए तैयार है। निसंग मेरे कोल नटा करन वाले हन ਅਤੇ ਮੇਰੀ ਨਿਗਾਹ ਉਹਨਾਂ ਦੀ ਛੇੜ ਛਾੜ ਤੇ ਟਿਕੀ ਹੋਈ ਹੈ। ਜ਼ਮਾਨਤ ਦੇ, ਤੂੰ ਆਪਣੇ ਤੇ ਮੇਰੇ ਵਿੱਚ ਜ਼ਮਾਨਤ ਹੋ। ਕੌਣ ਹੈ ਜੋ ਮੇਰੇ ਹੱਥ ਤੇ ਹੱਥ ਧਰੇ? ਤੇ ਤਾਂ ਉਹਨਾਂ ਦਾ ਮਨ ਸਮਝ ਤੋਂ ਓਲੇ ਰੱਖਿਆ ਹੈ, ਇਸ ਲਈ ਤੂੰ ਉਹਨਾਂ ਨੂੰ ਉੱਚਾ ਨਾ ਕਰੇਗਾ। ਜਿਹੜਾ ਆਪਣੇ ਮਿੱਤਰਾਂ ਨੂੰ ਉਲਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹਦੇ ਬੱਚਿਆਂ ਦੀਆਂ ਅੱਖਾਂ ਰਹਿ ਜਾਣਗੀਆਂ। ਪਰ ਉਹਨੇ ਮੈਨੂੰ ਲੋਕਾਂ ਲਈ ਆਕਣ ਬਣਾਇਆ। ਮੈਂ ਉਹ ਹਾਂ ਜਿਹਦੇ ਮੂੰਹ ਤੇ ਤੁਪਦੇ ਹਨ। ਮੇਰੇ ਅੱਖ ਸੋਗ ਦੇ ਕਾਰਨ ਧੁੰਦਲੀ ਹੋ ਗਈ ਅਤੇ ਮੇਰੇ ਸਾਰੇ ਅੱਗ ਸਾਏ ਵਾਂਗੂ ਹਨ। ਨੇਕ ਲੋਕ ਇਹਦੇ ਉੱਤੇ ਹੈਰਾਨ ਹੁੰਦੇ ਹਨ ਅਤੇ ਬੇਦੋਸ਼ੇ ਆਪਣੇ ਆਪ ਨੂੰ ਕੁਦਰਮੀਆਂ ਦੇ ਵਿਰੋਧ ਪ੍ਰੇਰਦੇ ਹਨ। ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ ਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ। ਪਰੰਤੂ ਤੁਸੀਂ ਸਾਰੇ ਹੀ ਮੁੜ ਕੇ ਆਵੋ, ਮੈਨੂੰ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਨਾ ਲੱਭੇਗਾ। ਮੇਰੇ ਦਿਨ ਬੀਤ ਗਏ, ਮੇਰੇ ਪ੍ਰਯੋਜਨ, ਮੇਰੇ ਦਿਲ ਦੀਆਂ ਲੋਚਾਂ ਮਿਟ ਗਈਆਂ। ਉਹ ਰਾਤ ਨੂੰ ਦਿਨ ਕਰ ਲੈਂਦੇ ਹਨ, ਚਾਨਣ ਹਨੇਰੇ ਦੇ ਕੋਲ ਹੀ ਹੈ। ਜੇ ਮੈਂ ਆਸ ਰੱਖਾਂ ਪਈ ਪਤਾਲ ਮੇਰਾ ਘਰ ਹੈ, ਜੇ ਮੈਂ ਹਨੇਰੇ ਵਿੱਚ ਆਪਣਾ ਬਿਸਤਰਾ ਵਿਛਾਵਾਂ, ਜੇ ਮੈਂ ਸੜਿਹਾਉਣ ਪੁਕਾਰਾਂ ਪਈ ਤੂੰ ਮੇਰਾ ਪਿਓ ਹੈ ਤੇ ਕੀੜੇ ਨੂੰ ਤੂੰ ਮੇਰੀ ਮਾਂ ਤੇ ਮੇਰੀ ਭੈਣ ਹੈ, ਤਾਂ ਮੇਰੀ ਆਸਾ ਫਿਰ ਕਿੱਥੇ ਹੈ? ਮੇਰੀ ਆਸਾ ਕੌਣ ਵੇਖੇਗਾ? ਉਹ ਪਤਾਲ ਦੀਆਂ ਆਰਲਾਂ ਵਿੱਚ ਉਤਰ ਜਾਵੇਗੀ, ਜਦ ਅਸੀਂ ਇਕੱਠੇ ਖਾਕ ਵਿੱਚ ਆਰਾਮ ਪਾਵਾਂਗੇ। ਯਸਾਇਆ ਨਬੀ ਦੀ ਕਿਤਾਬ ਅਧਿਆਇ 28। ਹਾਏ ਇਫਰਾਇਮ ਦੇ ਸਰਾਬਿਆਂ ਦੇ ਘੁਮੰਡ ਦੇ ਮੁਕਟ ਉੱਤੇ ਅਤੇ ਉਹਦੇ ਸ਼ਾਨਦਾਰ ਸੁਹੱਪਣ ਦੇ ਕਮਲਾਵੇ ਹੋਏ ਫੁੱਲਾਂ ਉੱਤੇ, ਜਿਹੜਾ ਉਹਨਾਂ ਬੇਹੋਸ਼ ਸਰਾਬਿਆਂ ਦੀ ਫਲਦਾਰ ਦੂਣ ਦੇ ਸਿਰ ਉੱਤੇ ਹੈ। ਵੇਖੋ, ਯਹੋਵਾ ਕੋਲ ਇੱਕ ਤਕੜਾ ਤੇ ਸਾਮਰਥੀ ਜਨ ਹੈ। ਕੜਿਆਂ ਦੀ ਹਨੇਰੀ ਵਾਂਗੂ, ਨਾਸ ਕਰਨ ਵਾਲੇ ਬੁੱਲੇ ਵਾਂਗੂ, ਹੜ ਪੈਂਦੀਆਂ ਡਾਢੇ ਪਾਣੀ ਦੀ ਹਨੇਰੀ ਵਾਂਗੂ ਉਹ ਧਰਤੀ ਤੱਕ ਆਪਣੇ ਹੱਥ ਨਾਲ ਪਟਕ ਦੇਵੇਗਾ। ਇਫਰਾਇਮ ਦੇ ਸਰਾਬਿਆਂ ਦੇ ਘੁਮੰਡ ਦਾ ਮੁਕਟ ਪੈਰਾਂ ਹੇਠ ਮਿਧਿਆ ਜਾਵੇਗਾ। ਉਸ ਦੇ ਸ਼ਾਨਦਾਰ ਸੁਹੱਪਣ ਦਾ ਕਮਲਾਇਆ ਹੋਇਆ ਫੁੱਲ, ਜਿਹੜਾ ਉਸ ਫਲਦਾਰ ਦੂਣ ਦੇ ਸਿਰੇ ਉੱਤੇ ਹੈ, ਹਾੜੀ ਦੇ ਪਹਿਲੇ ਪੱਕੇ ਖੰਜੀਰ ਵਾਂਗੂ ਹੋਵੇਗਾ, ਜਿਹਨੂੰ ਕੋਈ ਵੇਖਦਿਆਂ ਹੀ, ਜਦ ਹੀ ਉਹ ਉਸ ਦੇ ਹੱਥ ਵਿੱਚ ਹੈ, ਹੜਪ ਲਵੇ। ਉਸ ਦਿਨ ਸੈਨਾ ਦਾ ਯਹੋਵਾ ਆਪਣੀ ਪਰਜਾ ਦੇ ਬਕੀਏ ਲਈ ਸੁਹੱਪਣ ਦਾ ਮੁਕਟ, ਸੁੰਦਰਤਾ ਦਾ ਹਾਰ ਹੋਵੇਗਾ। ਅਤੇ ਜਿਹੜਾ ਨਿਆਂ ਉੱਤੇ ਬਹਿੰਦਾ ਹੈ, ਉਹਦੇ ਲਈ ਉਹ ਇਨਸਾਫ ਦਾ ਰੂਹ, ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ, ਉਹਨਾਂ ਲਈ ਬਹਾਦਰੀ ਹੋਵੇਗਾ। ਇਹ ਵੀ ਮਦ ਨਾਲ ਝੂਲਦੇ ਫਿਰਦੇ ਹਨ ਅਤੇ ਸ਼ਰਾਬ ਨਾਲ ਡਗਮਾਉਂਦੇ ਹਨ। ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ ਅਤੇ ਮਦ ਨਾਲ ਮਸਤਾਨੇ ਹਨ। ਉਹ ਸ਼ਰਾਬ ਨਾਲ ਡਗਮਾਉਂਦੇ ਹਨ, ਉਹ ਦ੍ਰਿਸ਼ਟੀ ਵਿੱਚ ਭੁਲੇਖਾ ਖਾਂਦੇ ਹਨ, ਅਦਾਲਤ ਵਿੱਚ ਉਹ ਠੋਕਰ ਖਾਂਦੇ ਹਨ। ਸਾਰੀਆਂ ਮੇਜ਼ਾਂ ਤਾਂ ਕਹਿ ਤੇ ਵਿਸਟੇ ਨਾਲ ਭਰੀਆਂ ਹੋਈਆਂ ਹਨ, ਕੋਈ ਤਾਂ ਸਾਫ਼ ਨਹੀਂ। ਉਹ ਕਿਹਨੂੰ ਗਿਆਨ ਸਿਖਾਵੇਗਾ ਅਤੇ ਕਿਹਨੂੰ ਪ੍ਰਚਾਰ ਦੀ
ਸਮਝ ਦੇਵੇਗਾ ਕਿ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ ਜਾਂ ਜਿਹੜੇ ਦੁੱਧੀਆਂ ਤੋਂ ਅੱਡ ਕੀਤੇ ਗਏ, ਬਿੱਦ ਤੇ ਬਿੱਦ, ਬਿੱਦ ਤੇ ਬਿੱਦ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਤੋੜਾ ਇੱਥੇ ਤੋੜਾ ਉੱਥੇ, ਉਹ ਤਾਂ ਤਤਲੇ ਬੁੱਲਾਂ ਅਤੇ ਉੱਪਰੀ ਜ਼ਬਾਨ ਦੇ ਰਾਹੀਂ ਇਸ ਫਰਜ਼ਾਂ ਨਾਲ ਬੋਲੇਗਾ ਜਿਨ੍ਹਾਂ ਨੂੰ ਸਾਖੀਆ ਇਹ ਆਰਾਮ ਹੈ, ਹੁਸੇ ਹੋਏ ਨੂੰ ਆਰਾਮ ਦਿਓ। ਅਤੇ ਚੈਨ ਇਹ ਹੈ, ਪਰ ਉਹਨਾਂ ਨੇ ਸੁਣਨਾ ਨਾ ਚਾਹਿਆ, ਸੋ ਯਹੋਵਾ ਦਾ ਬੋਲ ਉਹਨਾਂ ਲਈ ਇਹ ਹੋਵੇਗਾ, ਬਿੱਦ ਤੇ ਬਿੱਦ, ਬਿੱਦ ਤੇ ਬਿੱਦ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਤੋੜਾ ਇੱਥੇ ਤੋੜਾ ਉੱਥੇ। ਭਈ ਉਹ ਚੱਲੇ ਜਾਣ ਤੇ ਪਿਛਾਂਹ ਡਿੱਗ ਪੈਣ ਅਤੇ ਤੋੜੇ ਜਾਣ ਤੇ ਫਸ ਕੇ ਫੜੇ ਜਾਣ। ਇਸ ਲਈ ਹੇ ਮਖੌਲੀਓ, ਯਹੋਵਾ ਦੀ ਗੱਲ ਸੁਣੋ, ਤੁਸੀਂ ਜਿਹੜੇ ਇਸ ਪਰਜਾ ਉੱਤੇ ਹਕੂਮਤ ਕਰਦੇ ਹੋ, ਜਿਹੜੀ ਯਰੂਸ਼ਲਮ ਵਿੱਚ ਹੈ। ਤੁਸੀਂ ਤਾਂ ਕਹਿੰਦੇ ਸਾਓ, ਭਈ ਅਸਾਂ ਮੌਤ ਨਾਲ ਨੇਮ ਬੰਨਿਆ ਹੈ ਅਤੇ ਪਤਾਲ ਨਾਲ ਕਰਾਰ ਕੀਤਾ। ਜਦ ਵਿਪਤਾ ਦਾ ਹੜ ਆ ਚੁੱਲੇਗਾ ਤਾਂ ਉਹ ਸਾਡੇ ਨੇੜੇ ਨਾ ਆਵੇਗਾ, ਕਿਉਂ ਜੋ ਅਸਾਂ ਝੂਠ ਨੂੰ ਆਪਣੀ ਪਨਾਹ ਬਣਾਇਆ ਅਤੇ ਧੋਖੇ ਵਿੱਚ ਅਸਾਂ ਆਪ ਨੂੰ ਲੁਕਾਇਆ। ਇਸ ਲਈ ਪ੍ਰਭੂ ਯਹੋਵਾ ਫਰਮਾਉਂਦਾ ਹੈ, ਵੇਖੋ ਮੈਂ ਸਿਯੋਨ ਵਿੱਚ ਇੱਕ ਪਰਖਿਆ ਹੋਇਆ ਪੱਤਰ, ਇੱਕ ਅਮਲੋਕ ਕੁੰਜੇ ਦਾ ਪੱਤਰ ਪੱਕੀ ਨੀਰਾ ਧਰਦਾ ਹਾਂ, ਜਿਹੜਾ ਪ੍ਰਤੀਤ ਕਰਦਾ ਹੈ ਉਹ ਕਾਲੀ ਨਹੀਂ ਕਰੇਗਾ। ਮੈਂ ਇਨਸਾਫ ਨੂੰ ਸੂਤਰ ਅਤੇ ਧਰਮ ਨੂੰ ਸਾਹਲ ਬਣਾਵਾਂਗਾ ਅਤੇ ਗੜੇ ਝੂਠ ਦੀ ਪਨਾਹ ਨੂੰ ਖੂੰਜ ਲੈ ਜਾਣਗੇ ਅਤੇ ਹੜ ਓਟ ਨੂੰ ਰੁੜ ਲੈਣਗੇ। ਤਾਂ ਤੁਹਾਡਾ ਮੌਤ ਨਾਲ ਦਾ ਨੇਮ ਟੱਪਿਆ ਜਾਵੇਗਾ ਅਤੇ ਤੁਹਾਡਾ ਪਤਾਲ ਨਾਲ ਦਾ ਕਰਾਰ ਕਾਇਮ ਨਾ ਰਹੇਗਾ। ਜਦ ਵਿਪਤਾ ਦਾ ਹੜ ਆ ਚੁੱਲੇ, ਤੁਸੀਂ ਉਸ ਤੋਂ ਲਿਤੜੇ ਜਾਵੋਗੇ। ਜਦ ਕਦੀ ਉਹ ਲੰਘੇਗਾ, ਉਹ ਤੁਹਾਨੂੰ ਫੜੇਗਾ, ਕਿਉਂ ਜੋ ਉਹ ਹਰ ਸਵੇਰ ਤੇ ਦਿਨੇ ਰਾਤੀ ਲੰਘੇਗਾ ਅਤੇ ਪ੍ਰਚਾਰ ਦਾ ਸਮਝਣਾ ਨਿਰੀ ਘਬਰਾਹਟ ਹੀ ਹੋਵੇਗਾ। ਪਲੰਗ ਨਿਸਲ ਹੋਣ ਲਈ ਛੋਟਾ ਹੈ ਅਤੇ ਉਡਣ ਲਈ ਤੰਗ ਹੈ। ਜਿਵੇਂ ਫਰਾਸਿਮ ਪਰਬਤ ਉੱਤੇ ਹੋਇਆ ਯਹੋਵਾ ਉੱਠੇਗਾ, ਜਿਵੇਂ ਗਿਬਿਓਨ ਦੀ ਦੂਨ ਵਿੱਚ ਹੋਇਆ ਉਹ ਕੋਪਵਾਨ ਹੋਵੇਗਾ। ਭਈ ਉਹ ਆਪਣਾ ਕੰਮ ਆਪਣਾ ਅਚਰਜ ਕੰਮ ਕਰੇ ਅਤੇ ਆਪਣੀ ਕਾਰ ਆਪਣੀ ਅਨੋਖੀ ਕਾਰ ਕਰੇ। ਹੁਣ ਤੁਸੀਂ ਟੱਟੇ ਨਾ ਕਰੋ ਮਤੇ ਤੁਹਾਡੇ ਬੰਧਨ ਪੱਕੇ ਹੋ ਜਾਣ, ਕਿਉਂ ਜੋ ਮੈਂ ਪ੍ਰਭੂ ਸੈਨਾ ਦੇ ਯਹੋਵਾ ਤੋਂ ਸਾਰੀ ਧਰਤੀ ਉੱਤੇ ਬਰਬਾਦੀ ਦਾ ਫੈਸਲਾ ਸੁਣਿਆ ਹੈ। ਕੰਨ ਲਾਵੋ ਅਤੇ ਮੇਰੀ ਆਵਾਜ਼ ਸੁਣੋ, ਧਿਆਨ ਲਾਵੋ ਅਤੇ ਮੇਰਾ ਆਖਾ ਸੁਣੋ। ਕਿ ਹਾਲੀ ਬੀਜਣ ਲਈ ਸਾਰਾ ਦਿਨ ਵਾਹੀ ਕਰਦਾ ਹੈ, ਕਿ ਉਹ ਆਪਣੀ ਜ਼ਮੀਨ ਨੂੰ ਕੋਲਦਾ ਅਤੇ ਸੁਹਾਗਾ ਫੇਰਦਾ ਰਹਿੰਦਾ ਹੈ। ਜਦ ਉਹਨੂੰ ਪਤਰਾ ਕਰ ਲਿਆ ਕਿ ਉਹ ਸੌਂਫ ਨੂੰ ਨਹੀਂ ਖਿਲਾਰਦਾ ਅਤੇ ਜ਼ੀਰੇ ਦਾ ਖੁੱਲਾ ਚੱਠਾ ਨਹੀਂ ਦਿੰਦਾ ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਆਂ ਨੂੰ ਉਹਨਾਂ ਦੇ ਤਾਂ ਅਤੇ ਮਸਰਾਂ ਨੂੰ ਉਹਦੇ ਬੰਨਿਆਂ ਉੱਤੇ ਨਹੀਂ ਪਾਉਂਦਾ, ਉਹਦਾ ਪਰਮੇਸ਼ਰ ਉਹਨੂੰ ਟੀਕ ਟੀਕ ਸਿਖਲਾਉਂਦਾ ਅਤੇ ਉਹਨੂੰ ਦੱਸਦਾ ਹੈ। ਸੌਂਫ ਤਾਂ ਗੰਡਾਪੇ ਨਾਲ ਨਹੀਂ ਗਾਹੀਦੀ ਅਤੇ ਨਾ ਜੀਰੇ ਉੱਤੇ ਕੰਡੇ ਦਾ ਪਹੀਆ ਫੇਰੀਦਾ ਹੈ, ਪਰ ਸੌਂਫ ਲਾਟੀ ਨਾਲ ਔਰ ਜੀਰਾ ਡੰਡੇ ਨਾਲ ਕੁੱਟੀਦਾ ਹੈ। ਭਲਾ ਰੋਟੀ ਦਾ ਅੰਨ ਦਰੜੀ ਦਾ ਹੈ ਅਤੇ ਉਹ ਤਾਂ ਉਸ ਨੂੰ ਸਦਾ ਗਾਉਂਦਾ ਨਹੀਂ ਰਹਿੰਦਾ। ਅਤੇ ਜਦ ਉਹ ਆਪਣੇ ਗੰਡੇ ਦਾ ਪਹੀਆ ਅਤੇ ਆਪਣੇ ਘੋੜੇ ਉੱਤੇ ਚਲਾਉਂਦਾ ਹੈ ਤਾਂ ਉਹ ਉਸ ਨੂੰ ਦਰੜ ਨਹੀਂ ਸੁੱਟਦਾ। ਇਹ ਵੀ ਸੈਨਾ ਦੇ ਯਹੋਵਾ ਵੱਲੋਂ ਆਉਂਦਾ ਹੈ। ਉਹ ਸਲਾਹ ਵਿੱਚ ਅਚਰਜ ਹੈ, ਬੁੱਧੀ ਵਿੱਚ ਮਹਾਨ।
ਰੋਮੀਆਂ ਦੀ ਪੱਤਰੀ ਅਧਿਆਇ 5। ਸੋ ਜਦੋਂ ਅਸੀਂ ਨੇਚਾਂ ਨਾਲ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਵੱਲ ਸ਼ਾਂਤੀ ਰੱਖੀਏ, ਜਿਹਦੇ ਰਾਹੀਂ ਵੀ ਅਸੀਂ ਨੇਚਾਂ ਨਾਲ ਉਸ ਕਿਰਪਾ ਵਿੱਚ ਆਪਣੇ ਜਿਹਦੇ ਉੱਤੇ ਖਲੋਤੇ ਹਾਂ ਅਤੇ ਪਰਮੇਸ਼ਰ ਦੇ ਪ੍ਰਤਾਪ ਦੀ ਆਸ ਉੱਤੇ ਅਪਮਾਨ ਕਰੀਏ। ਨਿਰਾ ਇਹੋ ਨਹੀਂ, ਸਗੋਂ ਵਿਪਤਾ ਵਿੱਚ ਵੀ ਅਪਮਾਨ ਕਰੀਏ, ਕਿਉਂ ਜੋ ਇਹ ਜਾਣਦੇ ਹਾਂ ਭਈ ਵਿਪਤਾ ਧੀਰਜ ਪੈਦਾ ਕਰਦੀ ਹੈ ਅਤੇ ਧੀਰਜ ਦ੍ਰਿੜਤਾ ਅਤੇ ਦ੍ਰਿੜਤਾ ਆਸ ਪੈਦੀ ਕਰਦੀ ਹੈ ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ। ਇਸ ਲਈ ਜੋ ਪਰਮੇਸ਼ਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡੀਆਂ ਹਿਰਦਿਆਂ ਵਿੱਚ ਪਾਇਆ ਗਿਆ ਹੋਇਆ ਹੈ। ਜਦੋਂ ਅਸੀਂ ਨਿਰਬਲ ਹੀ ਸਾਂ ਤਦੋਂ ਮਸੀਹ ਵੇਲੇ ਸਿਰ ਕੁਦਰਮੀਆਂ ਦੇ ਲਈ ਮੋਇਆ। ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ, ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਵੀ ਤਿਆਰ ਹੋ ਜਾਵੇ। ਪਰੰਤੂ ਪਰਮੇਸ਼ਰ ਆਪਣਾ ਪ੍ਰੇਮ ਸਾਡੇ ਉੱਤੇ ਯੂੰ ਪ੍ਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ। ਸੋ ਜਦੋਂ ਅਸੀਂ ਹੁਣ ਉਹਦੇ ਲਹੂ ਨਾਲ ਧਰਮੀ ਠਹਿਰਾਏ ਗਏ ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹਦੇ ਰਾਹੀਂ ਉਸ ਕ੍ਰੋਧ ਤੋਂ ਬਚ ਜਾਵਾਂਗੇ, ਕਿਉਂਕਿ ਜਦੋਂ ਅਸੀਂ ਵੇਰੀ ਹੋ ਕੇ ਪਰਮੇਸ਼ਰ ਨਾਲ ਉਹਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹਦੀ ਜੀਵਨ ਦੇ ਦੁਆਰਾ ਬਚ ਜਾਵਾਂਗੇ। ਅਤੇ ਨਿਰਾ ਇਹੋ ਨਹੀਂ, ਸਗੋਂ ਅਸੀਂ ਪਰਮੇਸ਼ਰ ਉੱਤੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ, ਜਿਸ ਕਰਕੇ ਅਸੀਂ ਹੁਣ ਮਿਲਾਏ ਗਏ, ਅਪਮਾਨ ਕਰਦੇ ਹਾਂ। ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭਨਾ ਮਨੁੱਖਾਂ ਵਿੱਚੋਂ ਫੈਲ ਗਈ। ਇਸ ਲਈ ਜੋ ਸਭਨਾ ਨੇ ਪਾਪ ਕੀਤਾ, ਸਰਾ ਦੇ ਸਮਾਂ ਤੱਕ ਪਾਪ ਤਾਂ ਸੰਸਾਰ ਵਿੱਚ ਹੈ ਸੀ, ਪਰ ਜਿੱਤੇ ਸਰਾ ਨਹੀਂ ਉਤੇ ਪਾਪ ਦਾ ਲੇਖਾ ਨਹੀਂ ਹੁੰਦਾ। ਸਰਾ ਦੇ ਸਮਾਂ ਤੱਕ ਪਾਪ ਤਾਂ ਸੰਸਾਰ ਵਿੱਚ ਹੈ ਸੀ, ਪਰ ਜਿੱਤੇ ਸਰਾ ਨਹੀਂ ਉਤੇ ਪਾਪ ਦਾ ਲੇਖਾ ਨਹੀਂ ਹੁੰਦਾ। ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤਾਈਂ ਮੌਤ ਨੇ ਉਹਨਾਂ ਉੱਤੇ ਵੀ ਰਾਜ ਕੀਤਾ, ਜਿਨ੍ਹਾਂ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ। ਇਹ ਆਦਮ ਆਉਣ ਵਾਲੇ ਦਾ ਨਮੂਨਾ ਸੀ, ਪਰ ਯੂੰ ਨਹੀਂ ਪਈ ਜਿਹਾ ਅਪਰਾਧ ਹੋਇਆ ਤੇਹੀ ਹੀ ਬਖਸ਼ਿਸ਼ ਵੀ ਹੋਈ, ਕਿਉਂਕਿ ਜਦ ਇੱਕ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ ਤਾਂ ਪਰਮੇਸ਼ਰ ਦੀ ਕਿਰਪਾ ਅਤੇ ਉਹਦੀ ਬਖਸ਼ਿਸ਼ ਜਿਹੜੀ ਇੱਕੋ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦੇ ਕਾਰਨ ਸੀ, ਬਹੁਤਿਆਂ ਲੋਕਾਂ ਲਈ ਵਾਪਰ ਪ੍ਰਗਟ ਹੋਈ। ਅਤੇ ਜਿਵੇਂ ਇੱਕ ਪਾਪ ਕਰਨ ਵਾਲੇ ਦੇ ਕਾਰਨ ਫਲ ਹੋਇਆ, ਤਿਵੇਂ ਹੀ ਬਖਸ਼ਿਸ਼ ਦਾ ਹਾਲ ਨਹੀਂ, ਸਗੋਂ ਇੱਕ ਜਨੇ ਦੇ ਉੱਤੇ ਦੇ ਨਿਆਂ ਨੇ ਸਜ਼ਾ ਦਾ ਹੁਕਮ ਲਿਆਂਦਾ, ਪਰ ਉਸ ਬਖਸ਼ਿਸ਼ ਨੇ ਬਹੁਤ ਸਾਰੇ ਅਪਰਾਧਾਂ ਤੋਂ ਧਰਮੀ ਠਹਿਰਾਉਣ ਦਾ ਹੱਕ ਲਿਆਂਦਾ। ਜਦੋਂ ਉਸ ਇੱਕ ਦੇ ਅਪਰਾਧ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧਿਕ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਰਮ ਦੀ ਬਖਸ਼ਿਸ਼ ਵਾਪਰ ਮਿਲੀ ਹੈ, ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ। ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਭਨਾ ਮਨੁੱਖਾਂ ਉੱਤੇ ਦੋਸ਼ ਲੱਗਾ, ਤਿਵੇਂ ਹੀ ਧਰਮ ਦੇ ਇੱਕ ਕੰਮ ਦੇ ਕਾਰਨ ਸਭਨਾ ਮਨੁੱਖਾਂ ਲਈ ਮਾਫੀ ਅਤੇ ਜੀਵਨ ਮਿਲਿਆ, ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਨਾਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ, ਤਿਵੇਂ ਹੀ ਇਸ ਇੱਕ ਆਗਿਆਕਾਰੀ ਦੇ ਕਾਰਨ
ही बहुत धर्मी ठहराए जाणगे। नाले शराबी आई पई अपराध बाला होवे, पर जिते पाप बाला होया उत्ते ही किरपा अत वधिक होई। इस लई कि जिवें पाप ने मौत नाल राज कीता, तिवें किरपा भी यीशु मसीह साडे प्रभु दे वसीले नाल सदीपक जीवन दे लई धर्म दे राही राज करे। आमीन आमीन। सबनां नूं प्यार भरी जय मसीह दी। आज जो आपां वचन पढ़िया सी उस विचों कुछ गल्लां नूं ध्यान करांगे। यहोशुआ दी किताब अध्याय 23। इस विच आपां इस प्रकार वेखदे हां, यहोशुआ अपने वड्डे उमर दे विच सारे इसराएलियां दे बुजुर्गां नूं कोल सद के सलाह दिंदा है कि तुसी यहोवा परमेश्वर दे वचन नूं मन्नो ਅਤੇ ਕਦੇ ਪਰਮੇਸ਼ਰ ਤੋਂ ਦੂਰ ਨਾ ਹੋਵੋ। ਖਾਸ ਕਰਕੇ ਜਿਨ੍ਹਾਂ ਦੇ ਲੋਕਾਂ ਦੇ ਧਰਤੀ ਨੂੰ ਪਰਮੇਸ਼ਰ ਤੁਹਾਨੂੰ ਦਿੱਤਾ ਹੈ, ਇਹਨਾਂ ਦੇ ਰੀਤੀ ਰਿਵਾਜ ਅਨੁਸਾਰ ਤੁਸੀਂ ਨਾ ਚੱਲੋ। ਉਹਨਾਂ ਨਾਲ ਕੋਈ ਮੇਲ ਮਿਲਾਪ ਨਾ ਰੱਖੋ। ਤੁਹਾਡੇ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨਾਲ ਨਾ ਵਿਆਹੋ। ਉਹ ਇਸ ਕਾਰਨ ਕਿ ਜਦ ਕਦੇ ਵੀ ਉਹ ਤੁਹਾਨੂੰ ਪਰਮੇਸ਼ਰ ਤੋਂ ਦੂਰ ਕਰ ਸਕਣਗੇ। ਸੋ ਤੁਸੀਂ ਪਰਮੇਸ਼ਰ ਦੇ ਵਿਵਸਥਾ ਤੋਂ ਦੂਰ ਹੋਣ ਦੇ ਲਈ ਉਹ ਤੁਹਾਡੇ ਫਾਗੀ ਬਣ ਕੇ ਰਹਿ ਜਾਣਗੇ। ਸੋ ਧਿਆਨ ਨਾਲ ਤੁਸੀਂ ਆਪਣੇ ਜਾਨਾਂ ਦੀ ਧਿਆਨ ਰੱਖਦੇ ਹੋਏ ਤੁਸੀਂ ਇਹਨਾਂ ਗੱਲਾਂ ਤੋਂ ਪਰਾਂ ਰਹੋ। ਜਿਸ ਪ੍ਰਕਾਰ ਪਰਮੇਸ਼ਰ ਦੀ ਭਲਾਈ ਨੂੰ ਤੁਸੀਂ ਪ੍ਰਾਪਤ ਕਰਕੇ ਆਨੰਦ ਭੋਗਦੇ ਹੋ, ਜਦ ਤੁਸੀਂ ਆਪਣੇ ਨੇਮ ਨੂੰ ਜੋ ਪਰਮੇਸ਼ਰ ਨਾਲ ਬਣ ਰੱਖਿਆ ਉਸ ਨੂੰ ਜਿਸ ਦਿਨ ਤੋੜੋਗੇ, ਉਸ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬੁਰੀਆਈ ਨੂੰ ਪ੍ਰਾਪਤ ਕਰਨ ਵਾਲੇ ਬਣ ਕੇ ਰਹੋਗੇ। ਅਯੂਬ ਦੀ ਕਿਤਾਬ ਅਧਿਆਇ 17 ਦੇ ਵਿੱਚ ਅਯੂਬ ਆਪਣੇ ਯਾਰ ਦੋਸਤਾਂ ਨੂੰ ਸਲਾਹ ਦਿੰਦਾ ਹੈ, ਜਿਹੜਾ ਆਪਣੀ ਦੋਸਤੀ ਦੁੱਖ ਨੂੰ ਨਾ ਜਾਣਦੇ ਹੋਏ ਉਹਦੇ ਖਿਲਾਫ ਬੋਲਦਾ ਹੈ, ਉਹ ਆਪਣੇ ਲਈ ਆਪਣੀ ਪੀੜ੍ਹੀ ਲਈ ਦੁੱਖ ਨੂੰ ਪ੍ਰਾਪਤ ਕਰਨ ਵਾਲਾ ਬਣ ਕੇ ਰਹਿੰਦਾ ਹੈ। ਸੋ ਤੁਸੀਂ ਮੈਥੋਂ ਦੂਰ ਹੋ ਜਾਵੋ। ਅਤੇ ਪਰਮੇਸ਼ਰ ਨੂੰ ਇਹ ਕਹਿੰਦਾ ਹੈ ਕਿ ਕੌਣ ਮੇਰੇ ਬਦਲੇ ਦੁੱਖ ਨੂੰ ਉਠਾਵੇਗਾ ਅਤੇ ਕੌਣ ਮੈਨੂੰ ਬਚਾਵੇਗਾ। ਤੂੰ ਹੀ ਮੈਨੂੰ ਬਚਾਉਣ ਵਾਲਾ ਹੈ ਕਰਕੇ ਆਪਣੇ ਵਿਸ਼ਵਾਸ ਨੂੰ ਨੇਚਾ ਨੂੰ ਪਰਮੇਸ਼ਰ ਦੇ ਸਨਮੁਖ ਪ੍ਰਗਟ ਕਰਦਾ ਹੋਇਆ ਆਪਾਂ ਵੇਖਦੇ ਹਾਂ। ਯਸਾਇਆ ਨਬੀ ਦੀ ਕਿਤਾਬ ਅਧਿਆਇ 28 ਦੇ ਵਿੱਚ ਯਸਾਇਆ ਸਲਾਹ ਦਿੰਦਾ ਹੈ ਕਿ ਪਰਮੇਸ਼ਰ ਗਮੰਡ ਵਾਲਿਆਂ ਦੀ ਉਸ ਮੁਕਟ ਨੂੰ ਪੈਰਾਂ ਦੇ ਥੱਲੇ ਕਰ ਦਿੰਦਾ ਹੈ ਅਤੇ ਉਹ ਆਪਣੇ ਪਰਜਾ ਦੇ ਬੱਕੀਆਂ ਨੂੰ ਆਪ ਹੀ ਸੁਹੱਪਣ ਦਾ ਮੁਕਟ ਸੁੰਦਰਤਾ ਦਾ ਹਾਰ ਬਣ ਕੇ ਰਹਿੰਦਾ ਹੈ। ਉਹ ਬਾਲਕਾਂ ਨੂੰ ਗਿਆਨ ਅਤੇ ਪ੍ਰਚਾਰ ਨੂੰ ਸਮਝਣ ਦਾ ਬੁੱਧੀ ਦਿੰਦਾ ਹੈ ਤਾਂ ਕਿ ਉਹਨਾਂ ਦੇ ਰਾਹੀਂ ਵਚਨ ਨੂੰ ਲੋਕਾਂ ਤੱਕ ਪਹੁੰਚਾ ਸਕਣ। ਜਿਹੜੇ ਪਰਮੇਸ਼ਰ ਦੇ ਵਚਨ ਦੀ ਧਿਆਨ ਦਿੰਦੇ ਹਨ, ਉਹ ਹੀ ਵਿਪਤਾ ਦੇ ਦਿਨ ਤੋਂ ਬਚਾਏ ਜਾਂਦੇ ਹਨ। ਇਸ ਕਾਰਨ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਉਹਦੀ ਗਿਆਨ ਵੱਲ ਧਿਆਨ ਦੇਣਾ ਜ਼ਰੂਰੀ ਹੈ, ਕਿਉਂਕਿ ਪਰਮੇਸ਼ਰ ਹੀ ਸਲਾਹ ਦੇ ਵਿੱਚ ਅਚਰਜ ਅਤੇ ਬੁੱਧੀ ਵਿੱਚ ਮਹਾਨ ਹੈ। ਸੋ ਪਰਮੇਸ਼ਰ ਤੋਂ ਦੂਰ ਹੋ ਕੇ ਕੋਈ ਵੀ ਭਲਾਈ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਰੋਮੀਆਂ ਦੀ ਕਿਤਾਬ ਅਧਿਆਇ 5 ਦੇ ਵਿੱਚ ਪੌਲਸ ਇਸ ਪ੍ਰਕਾਰ ਕਲੀਸਿਆ ਨੂੰ ਸਲਾਹ ਦਿੰਦਾ ਹੈ ਕਿ ਪਰਮੇਸ਼ਰ ਦੇ ਪ੍ਰੇਮ ਆਪਣੇ ਵਿਚਕਾਰ ਇਸ ਕਾਰਨ ਦਿੱਤੀ ਗਈ ਹੈ ਤਾਂ ਕਿ ਉਸ ਪ੍ਰੇਮ ਦੇ ਕਾਰਨ ਧੀਰਜ ਅਤੇ ਧੀਰਜ ਦੇ ਰਾਹੀਂ ਦ੍ਰਿੜਤਾ ਦੇ ਰਾਹੀਂ ਆਸ ਆਪਣੇ ਵਿੱਚ ਪੈਦਾ ਹੋਵੇ। ਉਹ ਆਸ ਇਸ ਪ੍ਰਕਾਰ ਹੋਵੇ ਕਿ ਜਿਸ ਪ੍ਰਕਾਰ ਆਦਮ ਤੋਂ ਮੌਤ ਸਾਰੇ ਲੋਕਾਂ ਲਈ, ਉਸੇ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਦੀ ਕਿਰਪਾ ਦੇ ਰਾਹੀਂ ਸਭ ਲੋਕਾਂ ਲਈ ਜੋ ਯੀਸ਼ੂ ਮਸੀਹ ਉਤੇ ਵਿਸ਼ਵਾਸ ਕਰਦੇ ਨੇ, ਉਹਨਾਂ ਲਈ ਸ਼ਾਂਤੀ ਅਤੇ ਆਨੰਦ ਜੀਵਨ ਵੀ ਬਖਸ਼ੀ ਗਈ ਹੈ। ਸੋ ਤੁਸੀਂ ਪ੍ਰਭੂ ਯੀਸ਼ੂ ਮਸੀਹ ਉਤੇ ਵਿਸ਼ਵਾਸ ਕਰਦੇ ਹੋਏ ਪਾਪ ਤੋਂ ਪਰਾਂ ਰਹਿ ਕੇ ਜੀਵਨ ਨੂੰ ਪ੍ਰਾਪਤ ਕਰਨ ਯੋਗ ਗੱਲਾਂ ਨੂੰ ਕਰਨਾ ਚਾਹੀਦਾ ਹੈ। ਪਰਮੇਸ਼ਰ ਦੇ ਗਿਆਨ ਨੂੰ ਅਤੇ ਪਰਮੇਸ਼ਰ ਦੇ ਵਚਨ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ
ਕਿਉਂਕਿ ਸਾਰਾ ਇਨਸਾਨ ਨੂੰ ਪਾਪੀ ਠਹਿਰਾਉਂਦਾ ਹੈ। ਪ੍ਰਭੂ ਯਿਸੂ ਮਸੀਹ ਦੀ ਕਿਰਪਾ ਹੀ ਜੀਵਨ ਨੂੰ ਇਨਸਾਨ ਦੇ ਲਈ ਦਿੰਦੀ ਹੈ ਕਰਕੇ ਸਿਖਾਉਂਦਾ ਹੋਇਆ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਇਨ੍ਹਾਂ ਸਾਰੇ ਅਧਿਆਇ ਦੇ ਵਿੱਚੋਂ ਕਲੀਸਿਆ ਲਈ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਪਰਮੇਸ਼ਰ ਦੇ ਵਚਨ ਨੂੰ ਮੰਨ ਕੇ ਉਹਦੇ ਅਨੁਸਾਰ ਚੱਲਣਾ ਹੀ ਭਲਾਈ ਨੂੰ ਪ੍ਰਾਪਤ ਕਰਨ ਲਈ ਰਾਹ ਬਣੂਗੀ। ਜੇ ਵਚਨ ਤੋਂ ਪਰਾਂ ਰਹਿ ਕੇ ਭਲਾਈ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰੇ ਤਾਂ ਵੀ ਉਹਨਾਂ ਨੂੰ ਉਸ ਭਲਾਈ ਨਹੀਂ ਮਿਲਣੀ ਹੈ। ਸੋ ਭਲਾਈ ਨੂੰ ਪ੍ਰਾਪਤ ਕਰਨ ਲਈ ਵਚਨ ਨੂੰ ਧਿਆਨ ਦੇ ਕੇ ਸੁਣ ਕੇ ਵਚਨ ਦੀ ਸਲਾਹ ਅਨੁਸਾਰ ਚੱਲਣਾ ਹਰੇਕ ਮਸੀਹ ਦੀ ਕਲੀਸਿਆ ਲਈ ਜ਼ਰੂਰੀ ਕਰਕੇ ਆਪਾਂ ਸਿੱਖਦੇ ਹਾਂ। ਸੋ ਪ੍ਰਭੂ ਦੇ ਪਿਆਰਿਓ, ਇਸ ਸਿੱਖਿਆ ਅਨੁਸਾਰ ਚੱਲ ਕੇ ਭਲਾਈ ਨੂੰ ਪ੍ਰਾਪਤ ਕਰਨ ਵਾਲੇ ਬਣ ਕੇ ਰਹੀਏ। ਨਾ ਸਾਰੇ ਵਚਨਾਂ ਦੇ ਰਾਹੀਂ ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।